आज ਆਪਾਂ ਥਿਊਰਮ ਨੰਬਰ 4 ਕਰਨ ਜਾ ਰਹੇ। Let vector space V over the field F and V is the basis of vector space V over the field F। कह रहे हैं कि हमारे पास जो B है वो बेसिस है किसका, वेक्टर स्पेस V over the field F का। प्रूव दैट कि मैट्रिसेस ऑफ लीनियर ऑपरेटर I, देखो हमारे पास जो मैपिंग आ रही है वो लीनियर ऑपरेटर कौन सी है, I एंड ओ किसकी लीनियर ऑपरेटर है, ये। अब मेरे को पता है कि अगर लीनियर ऑपरेटर है वो सेम सेट में से जाएगा V से V, और जो ओ ऑपरेटर है वो भी जाएगा V से V। आई ਆਇਡੈਂਟੀਟੀ ਆਪਰੇਟਰ ਹੈ ਜਿਹਦੀ ਮੈਪਿੰਗ ਜਾ ਰਹੀ ਹੈ V ਤੋਂ V ਵੈਕਟਰ ਸਪੇਸ ਦੇ ਵਿੱਚ। ਉਹ ਆਪਣੇ ਕੋਲ ਜ਼ੀਰੋ ਆਪਰੇਟਰ ਹੈ ਜਿਹੜੀ ਮੈਪਿੰਗ ਜਾ ਰਹੀ ਹੈ V ਤੇ V ਦੇ ਵਿੱਚ। ਕਹਿੰਦੇ ਕਿ ਜਿਹੜਾ ਆਇਡੈਂਟੀਟੀ ਆਪਰੇਟਰ ਹੈ ਉਹਦੇ ਵਿੱਚ ਮੈਟ੍ਰਿਸਿਸ ਨੇ ਆਪਣੇ ਕੋਲ ਸਕੁਅਰ ਬ੍ਰੈਕਟ ਆਫ ਡੈਲਟਾ ਆਈ ਜੇ। ਜਿਹੜਾ ਜ਼ੀਰੋ ਆਪਰੇਟਰ ਹੈ ਉਹਦੇ ਵਿੱਚ ਆਪਣੇ ਕੋਲ ਮੈਟ੍ਰਿਸਿਸ ਨੇ ਜ਼ੀਰੋ ਆਈ ਜੇ। ਹੁਣ ਉਹਨਾਂ ਨੂੰ ਡਿਫਾਈਨ ਦੇਖੋ ਕਿਸ ਤਰੀਕੇ ਨਾਲ ਕੀਤਾ ਕਿ ਡੈਲਟਾ ਆਈ ਜੇ ਹੈ ਉਹਦੀ ਵੈਲਿਊ 1 ਹੋਏਗੀ ਜਦੋਂ I ਤੇ J ਆਪਸ 'ਚ ਬਰਾਬਰ ਹੋਣਗੇ, ਤੇ ਉਹਨਾਂ ਦੀ ਡੈਲਟਾ ਆਈ ਜੇ ਦੀ ਵੈਲਿਊ 0 ਕਦੋਂ ਹੋਏਗੀ, ਜਦੋਂ I ਤੇ J ਆਪਣੇ ਕੋ ਨੋਟ ਇਕੁਅਲ ਹੋਊਗੇ। ਬਟ 0 ਆਈ ਜੇ ਦੀ ਵੈਲਿਊ ਹਮੇਸ਼ਾ 0 ਹੋਏਗੀ ਫॉर ਆਲ ਦਾ ਆਈਜ਼ ਐਂਡ J ਦੇ ਵਿੱਚ। ਹੁਣ ਇਹ ਚੀਜ਼ ਉਹਨਾਂ ਨੇ ਗਿਵਨ ਦਿੱਤੀ ਹੈ, ਇਹ ਆਪਾਂ ਨੂੰ ਪ੍ਰੂਫ ਕਰਨੀ ਹੈ ਕਿ ਆਇਡੈਂਟੀਟੀ ਆਪਰੇਟਰ ਇਸ ਡੈਲਟਾ ਆਈ ਜੇ ਦੇ ਬਰਾਬਰ ਹੈ ਤੇ 0 ਆਪਰੇਟਰ ਆਪਣੇ ਕੋਲ 0 ਡੈਲਟਾ ਆਈ ਜੇ ਮੈਟ੍ਰਿਸਿਸ ਦੇ ਬਰਾਬਰ ਹੈ। ਆਪਾਂ ਇਹ ਪ੍ਰੂਫ ਕਰਨੀ ਹੈ। ਤੇ ਮੈਂ ਕੀ ਕਰਦਾ, ਗਿਵਨ ਦੇਖੋ ਕੀ ਚੱਲ ਰਿਹਾ, ਗਿਵਨ ਆਪਣੇ ਕੋ V ਵੈਕਟਰ ਸਪੇਸ ਹੈ ਐਂਡ B ਆਪਣੇ ਕੋ ਉਹਦਾ ਬੇਸਿਸ ਹੈ ਵੈਕਟਰ ਸਪੇਸ ਦਾ। ਤੇ ਮੈਂ ਇਹੀ ਲੈ ਕੇ ਚੱਲੂੰਗਾ ਕਿ ਜਿਹੜਾ B ਹੈ ਦਿਸ ਇਜ਼ ਅ, ਉਹਦੇ ਵਿੱਚ ਐਲੀਮੈਂਟ ਦੇਖੋ ਕਿੰਨੇ ਨੇ, V1 ਤੋਂ ਲੈ ਕੇ Vn ਤੱਕ। ਇਹ ਜਿੰਨੇ ਵੀ ਐਲੀਮੈਂਟ ਨੇ n ਐਲੀਮੈਂਟਸ ਨੇ ਤੇ ਆਪਣੇ ਕੋ B ਬੇਸਿਸ ਕਿਹਦਾ ਹੈ, ਵੈਕਟਰ ਸਪੇਸ V ਓਵਰ ਦਾ ਫੀਲਡ F ਦੇ ਵਿੱਚ। ਹੁਣ ਫਸਟ ਆਪਾਂ ਕਿਹਦੇ ਲਈ ਪ੍ਰੂਫ ਕਰਨਾ, ਆਪਾਂ ਆਇਡੈਂਟੀਟੀ ਆਪਰੇਟਰ ਦੇ ਲਈ ਪ੍ਰੂਫ ਕਰਨਾ। ਮੈਂ ਦੱਸ ਦਿੱਤਾ ਕਿ ਆਇਡੈਂਟੀਟੀ ਆਪਰੇਟਰ ਹਮੇਸ਼ਾ ਸੇਮ ਵੈਕਟਰ ਸਪੇਸ ਦੇ ਵਿੱਚ ਜਾ ਰਿਹਾ, V ਵੈਕਟਰ ਸਪੇਸ ਤੋਂ V ਵੈਕਟਰ ਸਪੇਸ ਦੇ ਵਿੱਚ। ਉਹੀ ਉਹਨਾਂ ਨੇ ਡਿਫਾਈਨ ਕਰ ਲਿਆ ਕਿ ਫਾਈਂਡ ਦ ਮੈਟ੍ਰਿਸਿਸ ਆਫ ਆਇਡੈਂਟੀਟੀ ਆਪਰੇਟਰ ਦੈਟ ਇਜ਼ I, ਜਿਹੜੀ ਮੈਪਿੰਗ ਜਾ ਰਹੀ ਹੈ V ਤੋਂ V ਨੂੰ ਰਿਲੇਟਿਵਲੀ ਟੂ ਦਾ ਬੇਸਿਸ ਆਫ B। ਹੁਣ B ਕਿਹਦਾ ਬੇਸਿਸ ਹੈ, ਵੈਕਟਰ ਸਪੇਸ V ਓਵਰ ਦਾ ਫੀਲਡ F ਦਾ। ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ। ਹੁਣ ਮੈਨੂੰ ਪਤਾ ਹੈ ਕਿ ਅਗਰ ਮੈਂ ਕਿਸੇ ਤੇ ਆਇਡੈਂਟੀਟੀ ਆਪਰੇਟਰ लगाना किसी भी एलिमेंट पे, मान लो आ वेक्टर स्पेस है, ठीक है। ਹੁਣ आ दूसरी वेक्टर स्पेस है, ठीक है। मैपिंग जा रही है अपने को, आइडेंटिटी मैपिंग जा रही है। अगर इस ਦੇ ਵਿੱਚ V1 ਐਲੀਮੈਂਟ ਹੈਗਾ, V1 ਐਲੀਮੈਂਟ ਇਸ ਵੈਕਟਰ ਸਪੇਸ ਦੇ ਵਿੱਚ ਹੈ ਤੇ ਉਹਦੇ ਵਿੱਚ ਮੈਂ ਜਦੋਂ ਆਇਡੈਂਟੀਟੀ ਲਗਾ ਦਿੰਦਾ ਤੇ ਇਹਦੇ ਵਿੱਚ ਆਪਣੇ ਕੋ I V1 ਐਲੀਮੈਂਟ ਹੋਏਗਾ, ਉਹ ਕਿਹਦੇ ਇਕੁਅਲ ਹੋਏਗਾ, V1 ਦੇ। I V1 is also equal to V1 ਦੇ। ਇਟ ਮੀਨਸ ਕਿ ਦਿਸ ਇਜ਼ ਆਇਡੈਂਟੀਟੀ ਆਪਰੇਟਰ। ਹੁਣ ਦੇਖੋ ਆਇਡੈਂਟੀਟੀ ਆਪਰੇਟਰ ਇੱਥੇ ਵੀ ਲਗਾਇਆ, ਉਹਨਾਂ ਨੇ ਸੇਮ ਇਹੀ ਗੱਲ ਕਹੀ ਆ ਕਿ ਪਰ ਆਪਾਂ ਕੋਈ ਵੀ ਐਲੀਮੈਂਟ ਲੈ ਲਈਏ ਇਸ ਵੈਕਟਰ ਸਪੇਸ ਦਾ, ਉਹਦੇ ਤੇ ਮੈਂ ਆਇਡੈਂਟੀਟੀ ਆਪਰੇਟਰ ਲਗਾ ਰਿਹਾ ਉਹ ਫਿਰ ਇਸੀ ਉਹੀ ਐਲੀਮੈਂਟ ਬਣ ਜਾਏਗਾ ਸੇਮ ਵੈਕਟਰ ਸਪੇਸ ਦਾ। I identity operator of Vj is equal to Vj, that's the definition of the identity operator। ਹੁਣ ਦੇਖੋ Vj ਨੂੰ ਮੈਂ ਲਿਖ ਸਕਦਾ 0 ਟਾਈਮਸ ਆਫ V1 plus 0 ਟਾਈਮ ਆਫ V2 plus and so on 1 ਟਾਈਮ ਆਫ Vj plus, ਇਹਨੂੰ ਮੈਂ ਲੀਨੀਅਰ ਐਕਸਪੈਂਸ਼ਨ ਦੇ ਵਿੱਚ ਐਕਸਪੈਂਡ ਕਰ ਰਿਹਾ ਹਾਂ। ਹੁਣ ਜਦੋਂ ਮੈਂ ਇਹਨੂੰ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਐਕਸਪੈਂਡ ਕਰ ਦਿੱਤਾ ਆ ਤਾਂ ਹੁਣ ਦੇਖੋ 0 0 0 ਸਿਰਫ ਆਹ ਵਾਲਾ ਐਲੀਮੈਂਟ ਦੇ ਨਾਲ 1 ਆਏਗਾ, ਬਾਕੀ ਸਾਰੇ 0। ਹੁਣ ਇਸ ਚੀਜ਼ ਨੂੰ ਧਿਆਨ ਨਾਲ ਦੇਖਿਆ ਜਾਵੇ। ਹੁਣ 0 0 0 0, ਹੁਣ ਦੇਖੋ ਉਹਨਾਂ ਨੇ ਇਹੀ ਕਿਹਾ ਸੀ ਕਿ ਡੈਲਟਾ ਆਈ ਜੇ ਦੀ ਵੈਲਿਊ ਆਪਣੇ ਕੋਲ 0 ਹੋਗੀ ਜਦੋਂ I ਤੇ J ਨੋਟ ਇਕੁਅਲ ਹੋ ਗਏ। ਹੁਣ ਦੇਖੋ ਇੱਥੇ J ਦੀ ਵੈਲਿਊ ਆਪਣੇ ਕੋਲ J ਹੀ ਰਹੇਗੀ, I ਦੀ ਵੈਲਿਊ 1 ਹੋ ਗਈ, J ਹੀ ਰਹੇਗੀ, I ਦੀ ਵੈਲਿਊ 2 ਹੋ ਗਈ। ਇੱਥੇ J ਦੀ ਵੈਲਿਊ, ਹੁਣ ਦੇਖੋ ਡੈਲਟਾ I J ਦੀ ਵੈਲਿਊ J ਹੋਏਗੀ, ਇੱਥੇ I ਦੀ ਵੈਲਿਊ, ਤਾਂ ਇਹਦੀ ਵੈਨ ਆ ਗਈ। ਹੁਣ I ਤੇ J ਜਿੱਥੇ 1 ਹੋਊਗੇ ਉੱਥੇ 1 ਆ ਜਾਣੀ ਵੈਲਿਊ, ਬਾਕੀ ਸਾਰਿਆਂ ਦੇ ਲਈ 0। ਤੇ ਇਹਨੂੰ ਮੈਂ ਲਿਖ ਸਕਦਾ ਦੈਟ ਇਜ਼ ਸਮੀਸ਼ਨ ਆਫ I1 ਤੇ ਲੈ ਕੇ n ਡੈਲਟਾ IJ VI। ਹੁਣ ਡੈਲਟਾ IJ VI ਹੋ ਗਿਆ, ਇਟ ਮੀਨਸ ਕਿ ਇਹਨੂੰ ਮੈਂ ਲਿਖ ਸਕਦਾ ਇਨ ਦਾ ਫਾਰਮ ਆਫ, ਹੁਣ ਦੇਖੋ ਇਨ ਦਾ ਫਾਰਮ ਆਫ ਮੈਟ੍ਰਿਸਿਸ ਦੇ ਲੈ ਕੇ ਜਾਣੇ। ਤੇ ਮੈਂ ਆਪਣੇ ਦੱਸਿਆ ਕਿ ਆਇਡੈਂਟੀਟੀ ਆਪਰੇਟਰ ਵੀ ਰਿਲੇਟਿਵ ਟੂ ਦਾ ਬੇਸਿਸ B, ਤੇ ਇਹਨੂੰ ਮੈਂ ਇਸ ਤਰੀਕੇ ਨਾਲ ਵੀ ਲਿਖ ਸਕਦਾ I ਡੋਟ ਆਫ B, ਦਿਸ ਇਜ਼ ਅ ਮੈਟ੍ਰਿਸਿਸ। ਹੁਣ ਆਪਣੇ ਕੋ I ਡੋਟ ਆਫ B ਮਤਲਬ ਜਿਹੜਾ ਆਇਡੈਂਟੀਟੀ ਮੈਟ੍ਰਿਸਿਸ ਹੈ ਦੈਟ ਇਜ਼ ਡੈਲਟਾ ਆਫ IJ ਦੇ ਬਰਾਬਰ ਹੈ। ਉਹ ਕੀ ਹੈ, n ਕ੍ਰੋਸ n ਦਾ। ਹੁਣ n ਕ੍ਰੋਸ n ਹੈ, ਇਟ ਮੀਨਸ ਕਿ 1 0 0 0 0 1 0 0 and so on 0 0 0 1, that is n cross n identity operator
मतलब n क्रॉस n अपने को मैट्रिसेस बन गया, दिस इज कॉल्ड अपने को ऑर्डर ऑफ n यूनिट मैट्रिसेस। ਹੁਣ ਸੈਕਿੰਡ अपने को प्रूव करना है जीरो ऑपरेटर ਦੇ ਲਈ। ਹੁਣ अगर जीरो ऑपरेटर भी अपने को सेम इदा ही है, v ਵੈਕਟਰ ਸਪੇਸ ਤੋਂ v ਵੈਕਟਰ ਸਪੇਸ ਦੇ ਵਿੱਚ ਜਾ ਰਿਹਾ ਹੈ, ऑपरेटर ਹੁਣ अपने को जीरो ऑपरेटर है। अगर मैं v1 कोई भी एलिमेंट इस वैक्टर स्पेस ਦੇ ਵਿੱਚ ਲੈ ਲੈਣਾ ਤੇ ਉਹਦੇ ਤੇ ਮੈਂ ਜ਼ੀਰੋ ਆਪਰੇਟਰ ਲਗਾ ਦੇਣਾ ਤੇ ਉਹ ਜ਼ੀਰੋ v1 ਆਪਣੇ ਕੋਲ ਜ਼ੀਰੋ ਦੇ ਬਰਾਬਰ ਹੋਏਗਾ, that is element belongs to this vector space। मैं कह रहा कि कोई भी एलिमेंट अगर इस वैक्टर स्पेस का लै रहा ਉਹਦੇ ਵਿੱਚ मैं जीरो ऑपरेटर लगा रहा हाँ तो वो इक्वल टू हो जाएगा जीरो के बराबर। वही उन्होंने डेफिनेशन लिखी इतने कि कोई भी जीरो ऑपरेटर लगा देना किसी भी एलिमेंट, जिन्ने भी वीजे एलिमेंट है वो सारे बिलोंग कर रहे हैं वी वैक्टर स्पेस में, तो कोई भी एलिमेंट है वो जीरो के बराबर होगा। इट मीनस कि मैं एक्सपेंड कर सकता या एक्सप्रैस कर सकता जीरो टाइम ऑफ v1 प्लस जीरो टाइम ऑफ v2 प्लस एंड सो ऑन जीरो टाइप ऑफ vn। इन्हों मैं इस करके एक्सपेंड कर रहा क्योंकि मैं लीनियर स्पैन की डेफिनेशन ਨੂੰ फॉलो कर रहा। लीनियर स्पैन की डेफिनेशन की कहती है, अगर कोई भी एलिमेंट है v वैक्टर स्पेस का तो मैं उन्होंने एक्सपेंड कर सकता हाँ, उन्होंने लिख सकता हाँ दैट इज अ लीनियर कंबीनेशन ऑफ द एलिमेंट ऑफ द बेसिस, एलिमेंट ऑफ द बेसिस vi जिन्ने भी एलिमेंट्स हो गए सारे बेस के विचों लवांगे। ये वही चीज़ की डेफिनेशन मैं इतने फुलफिल कर रहा, वही चीज़ मैं लिख रहा। इट मीनस कि अपने को जीरो आई जे की वैल्यू हम देखो आप डिफाइन किया कि जीरो आई जे की वैल्यू सारी जीरो होगी तो मैं हर एक जीरो ਨੂੰ जीरो आई जे लिखूंगा v ऑफ आई तो जे की वैल्यू 1 तो लैके n ਦੇ ਵਿੱਚ ਜਾਏਗੀ। ਹੁਣ जीरो b अपने को की है दैट इज जीरो ऑपरेटर रिलेटिव टू द बेसिस ऑफ b। इट मीनस कि ओ ऑपरेटर रिलेटिव टू द बेसिस ऑफ b दैट इज किहदे इक्वल आ गया जीरो आई जे दे। इट मीनस कि ਉਹਦੇ ਸਾਰੇ एलिमेंट जीरो हो गए तो जीरो बाय जीरो मैट्रिसिस होएगा किन्ने दा n क्रॉस n दा जीरो बाय जीरो मैट्रिसिस होएगा तो ਇਹਦਾ ऑर्डर की होएगा n। तो अपने को इतने प्रूफ हो जाता है दैट इज द थ्योरम नंबर 4। नेक्स्ट है अपने को वेरी इंपॉर्टेंट थ्योरम है, मोस्ट इंपॉर्टेंट लिख लो, हर बार पेपर ਦੇ ਵਿੱਚ आई जाती है तो अपने को रिपीट भी होती है पेपरों के विच। पिछले साल तो पिछले साल भी आई सी, वो तो पिछले साल भी आई सी। तो थ्योरम नंबर 5 है दैट इज वेरी इंपॉर्टेंट है। हूँ इस थ्योरम को समझना है। कहते कि लैट वी विद अ वैक्टर स्पेस। हम देखो वी अपने को वैक्टर स्पेस है, ओवर द फील्ड एफ है, फील्ड कोई भी हो सकती है, रियल हो सकती है, रैशनल नंबर हो सकती है, कंपलैक्स हो सकती है। नाल ही उन्होंने कहता है कि एन डायमेंशनल वैक्टर स्पेस है। हुण एन डायमेंशनल वैक्टर स्पेस है इट मीनस कि फाइनाइट डायमेंशनल हो गई। एन डायमेंशन वैक्टर स्पेस है इट मीनस कि फाइनाइट होगी ओवर द फील्ड एफ।